ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਨਾਮ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਨਾਮੁ ਬਹੋਰੀ। ਤੇਗ ਬਹਾਦੁਰ ਪਰਮੰ ਕਿਰਪਾਲਾ ਵਾਹਿਗੁਰੂ ਪਰਮੰ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪੱਗ ਪੁੰਨ ਪੁੰਨ ਸੀਸਾ ਪੱਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਕਿਹ ਨ ਇਹ ਅਸਥਾਪਨ ਕੀਨੋ ਮਹਾ ਮਹਾਤਮ ਪੂਜਨ ਦੀਨੋ। ਸਰਬ ਸੁਨਾਵ ਮੁਝੀ ਪ੍ਰਸੰਗਾ ਭੂਤ ਭਵਿਖ ਲਖੋ ਸਰਬੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਿਨਾਮ ਵਾਹਿਗੁਰੂ
ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ ਪ੍ਰਸੰਗ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਨੂੰ ਭਾਈ ਮਰਦਾਨੇ ਨੇ ਜਿੱਥੇ ਰਾਵਣ ਰਾਜ ਕਰਦਾ ਸੀ ਲੰਕਾ ਦੇ ਵਿੱਚ, ਉਸ ਧਰਤੀ ਨੂੰ ਵੇਖਣ ਦੀ ਅਭਿਲਾਖਾ ਪ੍ਰਗਟ ਕੀਤੀ ਹੈ। ਗੁਰੂ ਪਿਤਾ ਮਹਾਰਾਜ ਨੇ ਇਹ ਬਚਨ ਆਖੇ ਸਨ ਕਿ ਰਾਮਚੰਦ ਸ਼੍ਰੀ ਪ੍ਰਭ ਅਵਤਾਰਾ, दैतन को कुल जाहे संघारा, लंका हुती उदद के माही। उदद कहते ने समुंदर, मार्ग जान ताहां को नाही। त्रेते युग दे अवतार मन्ने गए ने श्री रामचंद्र, जिन्हां ने दैंतां दी कुल दा विनाश किया सी। पर कहते ने कि वो लंका समुंदर दे विच है ते उत्थे जान वास्ते कोई रस्ता ते है नहीं। आले दुआले इधर उधर केवल पानी है। गिर तराए तै सेत बंधावा, सब कप कटक पार सो लंघावा। उत्थे श्री रामचंद्र जी ने बांदरां दी सैना दे कोलों पत्थरां दा पुल बनवाया ते पूरी दी पूरी जिहड़ी बांदर सैना सी उसनूं समुंदर पार कराया। है अवलोकन लालस मोही, कृपा धार दिखरावो ओही। महाराज कृपा करो ते दिखा दियो। वो जेड़ी लंका है उसनूं वेखण दी अभिलाखा है। बोले परम कृपाला सुन के, तुमरो कहियो करो हों बाला। भाई मरदाने नूं, भाई बाले नूं सतगुरु जी ने आख्या, भाई जे तुहाडी अभिलाखा है तो चलो। इत्थों तक आपां ने कल कथा सुनी सी कि जदों सतगुरु समुंदर दे कंढे पहुंचते ने, उत्थे जाके सतगुरु जी ने अपना आसन कर लिया। समुंदर दे कंढे सतगुरु चौकड़ी मार के बैठे ने। तो उस वक्त भाई मरदाने दी नज़र गई कि समुंदर दे कंढे ते एक शिवलिंग है, कि किस प्रकार शिवलिंग स्थाना ये थां किवें बनिया समुंदर दे कंढे। ये जिहड़ा पत्थर स्थापित होया है महाराज, इहदी की उथानक है, इहदा की इतिहास है? हाँ जी। किहनह एह अस्थापन कीनो, महामहात्म पूजन दीनो। ये पत्थर स्थापित किसने किया और इहदे पूजन दा महा महात्म किसने दसिया? अज जिन्नी भी संसार विच पूजा अर्चा है
ਉਹਦੇ ਪਿੱਛੇ ਕੋਈ ਨਾ ਕੋਈ ਕਥਾ, ਕੋਈ ਨਾ ਕੋਈ ਸਾਖੀ ਜ਼ਰੂਰ ਹੈ ਕਿ ਇੰਜ ਇਸ ਦੀ ਪੂਜਾ ਕਰੋਗੇ ਇਹ ਹੋਏਗਾ, ਉਹਦੀ ਉਸ ਤਰ੍ਹਾਂ ਪੂਜਾ ਕਰੋਗੇ ਇਹ ਹੋਏਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਕੋਈ ਨਾ ਕੋਈ ਇਹਨਾਂ ਦੀ ਭੂਮਿਕਾ ਜ਼ਰੂਰ ਹੈ। ਆਖਿਆ ਮਹਾਰਾਜ ਇਸ ਪੱਥਰ ਦੀ ਪੂਜਾ ਕਿਵੇਂ ਸ਼ੁਰੂ ਹੋ ਗਈ? ਕਿੰਨੇ ਕਿਹਾ ਵੀ ਇਹਦੀ ਪੂਜਾ ਕਰਨੀ ਚਾਹੀਦੀ ਹੈ? ਇਸ ਪੱਥਰ ਦੀ ਪੂਜਣ ਦਾ ਵੀ ਕੋਈ ਪੁੰਨ ਫਲ ਮਹਾਤਮ ਹੋਏਗਾ। ਹਾਂਜੀ। ਸਰਬ ਸੁਨਾਵ ਮੁਝੇ ਪਰਸੰਗਾ, ਭੂਤ ਭਵਿਖ ਕਰੋ ਸਰਬੰਗਾ। ਮਹਾਰਾਜ ਸਰਬ ਸੁਨਾਵੋ ਮੁਝੇ ਪ੍ਰਸੰਗਾ, ਪੂਰਾ ਪ੍ਰਸੰਗ, ਪੂਰੀ ਗਾਥਾ, ਪੂਰੀ ਵਿਥਿਆ, ਭੂਤ ਤੋਂ ਲੈ ਕੇ ਭਵਿੱਖ ਤੱਕ। ਭੂਤ ਦਾ ਅਰਥ ਹੁੰਦਾ ਹੈ ਜੋ ਸਮਾਂ ਬੀਤ ਗਿਆ, ਜਿਹਨੂੰ ਅਸੀਂ ਪਾਸਟ ਕਹਿੰਦੇ ਹਾਂ। ਭਵਿੱਖ ਦਾ ਅਰਥ ਹੈ ਕਿ ਆਉਣ ਵਾਲਾ ਸਮਾਂ, ਜਿਹਨੂੰ ਅਸੀਂ ਆਪਣਾ ਫਿਊਚਰ ਕਹਿੰਦੇ ਹਾਂ। ਬੀਤੇ ਹੋਏ ਸਮੇਂ ਦੀ, ਆਉਣ ਵਾਲੇ ਸਾਰੇ ਸਮੇਂ ਦੀ ਇਹ ਜਿਹੜੀ ਕਥਾ ਹੈ, ਸਾਰਾ ਪ੍ਰਸੰਗ ਹੈ। ਮਹਾਰਾਜ ਇਹ ਪੂਰੀ ਸਾਖੀ ਸੁਣਾਓ। ਹਾਂਜੀ। ਸ਼੍ਰੀ ਨਾਨਕ ਬੋਲੇ ਬਚਨ, ਸੁਣ ਮਰਦਾਨੇ ਗਾਥ। ਤਦੋਂ ਗੁਰੂ ਨਾਨਕ ਦੇ ਪਿਤਾ ਜੀ ਨੇ ਪ੍ਰਵਚਨ ਕਰਨੇ ਸ਼ੁਰੂ ਕੀਤੇ। ਆਖਿਆ ਮਰਦਾਨਾ ਸੁਣ। ਰਾਮਚੰਦਰ ਆਏ ਇਹਾਂ, ਬਾਂਦਰ ਦਲ ਲੈ ਸਾਥ। ਮਰਦਾਨਿਆਂ ਇੱਕ ਸਮਾਂ ਸੀ ਜਦੋਂ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਇੱਥੇ ਆਏ ਸਨ, ਜਿੱਥੇ ਆਪਾਂ ਆਏ ਹਾਂ। ਉਹ ਇਕੱਲੇ ਨਹੀਂ ਸਨ, ਉਹਨਾਂ ਦੇ ਨਾਲ ਬਾਂਦਰ ਦਲ ਵੀ ਸੀ, ਬਾਂਦਰਾਂ ਦੀ ਫੌਜ ਵੀ ਸੀ, ਉਹਨਾਂ ਦੇ ਨਾਲ ਬਾਂਦਰ ਸੈਨਾ ਵੀ ਸੀ। ਹਾਂਜੀ। ਉਦਤ ਬਲੋਕ ਤਰਿਦੇ ਵਿਚਾਰਾ, ਇਸ ਕੇ ਜਾਵੈ ਕੇ ਬਿਦ ਪਾਰਾ। ਅੱਗੇ ਵੇਖਿਆ ਤੇ ਸਮੁੰਦਰ ਸੀ। ਜਦੋਂ ਲੰਕਾ ਜਾਣਾ ਹੋਵੇ ਤੇ ਰਸਤੇ ਵਿੱਚ ਸਮੁੰਦਰ ਹੈ। ਸ਼੍ਰੀ ਰਾਮਚੰਦਰ ਜੀ ਨੇ ਵੇਖਿਆ ਵੀ ਅੱਗੇ ਤੇ ਪਾਣੀ ਪਾਣੀ ਹੈ, ਸਮੁੰਦਰ ਨੂੰ ਪਾਰ ਇਹ ਬਾਂਦਰ ਕਿਵੇਂ ਕਰਨਗੇ। ਇਸ ਗੱਲ ਨੂੰ ਵਿਚਾਰ ਕੇ ਕਿ ਇਸਕੇ ਜਾਵੇਂ ਕਿਹ ਬਿਦ ਪਾਰਾ, ਇਹਨੂੰ ਸਮੁੰਦਰ ਨੂੰ, ਇਸ ਪਾਣੀ ਨੂੰ ਕਿਵੇਂ ਪਾਰ ਕਰਾਇਆ ਜਾਏ। ਹਾਂਜੀ। ਸਭ ਮਿਲ ਕਹਿਓ ਬੰਦਾਵੋ ਸੇਤਾ, ਮਾਨ ਲੀਨ ਅਸ ਰਘੂ ਕੁਲ ਕੇਤਾ। ਸ਼੍ਰੀ ਰਾਮਚੰਦਰ ਜੀ ਨੂੰ ਸਾਰਿਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਭਗਵਾਨ ਤੁਸੀਂ ਤਾਂ ਚਲੇ ਜਾਓਗੇ, ਪਰ ਅਸੀਂ ਕਿਵੇਂ ਜਾਵਾਂਗੇ? ਤੇ ਤੁਸੀਂ ਇੱਕ ਕਿਰਪਾ ਕਰ ਦਿਓ ਤੇ ਸਮੁੰਦਰ ਦੇ ਉੱਤੇ ਪੁਲ ਬੰਨ੍ਹ ਦਿਓ, ਤਾਂ ਕਿ ਸਾਰੇ ਇਸ ਸਮੁੰਦਰ ਨੂੰ ਪਾਰ ਕਰ ਸਕਣ। ਪ੍ਰਿਥਮੇ ਸ਼ਿਵ ਕੀ ਪੂਜਾ ਕੀਨੀ, ਪੁਲ ਬਾਂਧਨ ਪੁਨ ਆਇਸ ਦੀਨੀ। ਤਦੋਂ ਫਿਰ ਇਹ ਜਿਹੜਾ ਸ਼ਿਵਲਿੰਗ ਹੈ, ਇੱਥੇ ਸ਼ਿਵਲਿੰਗ ਬਣਾ ਕੇ ਜਿਹੜੇ ਸ਼ਿਵ ਜੀ ਹੋਏ ਨੇ ਉਹਨਾਂ ਦੀ ਪੂਜਾ ਕੀਤੀ ਗਈ। ਕਿਉਂਕਿ ਹਿੰਦੂ ਧਰਮ ਦੇ ਵਿੱਚ, ਸਨਾਤਨ ਮਤ ਵਿੱਚ ਜਿਹੜੇ ਵੱਡੇ ਅਵਤਾਰ ਨੇ ਉਹ ਤਿੰਨ ਹੀ ਮੰਨੇ ਗਏ ਨੇ। ਜਿਵੇਂ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਵੇਂ ਮੰਨਿਆ ਜਾਂਦਾ ਹੈ ਵੀ ਇੱਕ ਵਿਸ਼ਨੂੰ ਜੀ ਨੇ, ਇੱਕ ਬ੍ਰਹਮਾ ਹੈ ਔਰ ਇੱਕ ਸ਼ਿਵ ਜੀ ਹੈ। ਇੱਕ ਦੁਨੀਆ ਨੂੰ ਪੈਦਾ ਕਰਦਾ ਹੈ, ਇੱਕ ਦੁਨੀਆ ਦੀ ਪ੍ਰਤਪਾਲਨਾ ਕਰਦਾ ਹੈ, ਪਰਵਰਿਸ਼ ਕਰਦਾ ਹੈ, ਇੱਕ ਫਿਰ ਦੁਨੀਆ ਦਾ ਸੰਘਾਰ ਕਰਦਾ ਹੈ। ਉਹ ਜਿਹੜਾ ਸੰਘਾਰ ਕਰਨ ਵਾਲਾ ਹੈ ਉਹ ਸ਼ਿਵ ਜੀ ਨੂੰ ਮੰਨਿਆ ਗਿਆ। ਤੋ ਇੱਥੇ ਸ਼ਿਵ ਜੀ ਦੀ ਸ਼੍ਰੀ ਰਾਮਚੰਦਰ ਨੇ ਆਪ ਪੂਜਾ ਕਰਵਾਈ। ਉਦੋਂ ਤੋਂ ਭਾਈ ਇੱਥੇ ਇਹ ਸ਼ਿਵਲਿੰਗ ਜਿਹੜਾ ਹੈ ਇਹ ਸਥਾਪਿਤ ਹੈ। ਉਦੋਂ ਤੋਂ ਲੋਕ ਇਹਦਾ ਪੁੰਨ ਮਹਾਤਮ ਮੰਨਦੇ ਨੇ, ਪੂਜਾ ਕਰਦੇ ਨੇ। ਹਾਂਜੀ। ਕਾਜ ਕਰਨ ਤੇ ਜੌਨ ਅਗਾਰੇ, ਗੁਰ ਪੂਜੈ ਹਵੈ ਪੁਰਖ ਸੁਖਾਰੇ। ਜਦੋਂ ਵੀ ਕਿਸੇ ਨੇ ਕੋਈ ਕਾਰਜ ਕਰਨਾ ਹੁੰਦਾ ਹੈ
ਤਾਂ ਉਹਦੀ ਵਿਧੀ ਇਹੋ ਹੀ ਹੈ ਕਿ ਪਹਿਲਾਂ ਆਪਣੇ ਗੁਰੂ ਦਾ ਪੂਜਨ ਕੀਤਾ ਜਾਏ। ਇਹ ਜਿਹੜੇ ਸ਼੍ਰੀ ਰਾਮਚੰਦਰ ਜੀ ਨੇ, ਸ਼੍ਰੀ ਕ੍ਰਿਸ਼ਨ ਜੀ ਨੇ, ਇਹਨਾਂ ਨੂੰ 24 ਅਵਤਾਰਾਂ ਵਿੱਚ ਮੰਨਿਆ ਗਿਆ। ਇਹ ਜਿਹੜੇ ਵੱਡੇ 3 ਦੇਵਤੇ ਹੋਏ ਨੇ, ਅਵਤਾਰ ਹੋਏ ਨੇ, ਅੱਗੋਂ ਉਹਨਾਂ ਨੇ ਵੱਖਰੇ ਵੱਖਰੇ ਸਮੇਂ ਅਵਤਾਰ ਧਾਰਨ ਕੀਤੇ ਨੇ। ਉਹਨਾਂ ਦੇ ਵਿੱਚ ਇਹਨਾਂ ਨੂੰ ਅਵਤਾਰ ਕਰਕੇ ਮੰਨਿਆ ਗਿਆ। ਪਰ ਸ਼ਿਵ ਜੀ ਨੂੰ ਵੱਡੇ ਮੰਨ ਕੇ, ਗੁਰੂ ਮੰਨ ਕੇ ਉੱਥੇ ਕਾਜ ਕਰਨ ਤੇ ਜੌਣ ਅਗਾਰੇ। ਕੋਈ ਵੀ ਮਨੁੱਖ ਜਦੋਂ ਕੰਮ ਕਰਦਾ ਹੈ ਤਾਂ ਆਪਣੇ ਗੁਰੂ ਦਾ ਪੂਜਨ ਕਰਦਾ, ਆਪਣੇ ਗੁਰੂ ਦੀ ਆਰਾਧਨਾ ਕਰਦਾ। ਕੋਈ ਨਾ ਕੋਈ ਮਨੁੱਖ ਆਪਣੇ ਗੁਰੂ ਪੀਰ ਨੂੰ ਧਿਆਉਂਦਾ ਹੈ। ਇਹ ਇੱਕ ਸ਼ੁਰੂ ਤੋਂ ਲੈ ਕੇ, ਆਦਤ ਤੋਂ ਲੈ ਕੇ ਇੱਕ ਐਸੀ ਇਹ ਵਿਉਂਤ ਬਣੀ ਹੋਈ ਹੈ। ਤੇ ਇਸੇ ਤਰ੍ਹਾਂ ਉਦੋਂ ਗੁਰ ਪੂਜੈ ਹਵੈ ਪੁਰਖ ਸੁਖਾਰੇ, ਲੋਕ ਆਪਣੇ ਗੁਰੂ ਦੀ ਪੂਜਾ ਕਰਦੇ ਨੇ ਤਾਂ ਕਿ ਕੰਮ ਜਿਹੜਾ ਹੈ ਉਹ ਸੌਖਾ ਕੀਤਾ ਜਾ ਸਕੇ। ਬਾਕੀ ਧਰਮਾਂ ਵਿੱਚ ਪੂਜਾ, ਤੁਸੀਂ ਵੇਖਿਆ ਹੋਵੇਗਾ ਕਿਤੇ ਧਰਤੀ ਪੂਜਨ ਕੀਤਾ ਜਾਂਦਾ ਹੈ, ਕਿਤੇ ਹੋਰ ਨਾਰੀਅਲ ਤੋੜ ਕੇ ਕੋਈ ਨਾ ਕੋਈ ਹੋਰ ਕਿਰਿਆ ਕਰਮ ਕੀਤਾ ਜਾਂਦਾ ਹੈ। ਮਰਿਆਦਾ ਸਾਡੇ ਵਿੱਚ ਵੀ ਹੈ, ਪਰ ਉਹਦੇ ਵਿੱਚ ਫਰਕ ਬਹੁਤ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ। ਸਾਡੇ ਵਿੱਚ ਪੂਜਾ ਨਹੀਂ ਹੈ, ਸਾਡੇ ਵਿੱਚ ਨਾਰੀਅਲ ਨਹੀਂ ਤੋੜੇ ਜਾਂਦੇ, ਸਾਡੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਆਨੰਦ ਸਾਹਿਬ ਦਾ 6 ਪੌੜੀਆਂ ਦਾ ਪਾਠ ਕੀਤਾ ਜਾਂਦਾ ਹੈ ਔਰ ਫਿਰ ਉਸ ਕਰਤਾ ਪੁਰਖ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਉਹ ਸਾਡੇ ਕੰਮ ਵਿੱਚ ਸਹਾਈ ਹੋਵੇ ਔਰ ਸਾਡਾ ਕਾਰਜ ਜਿਹੜਾ ਹੈ ਉਹ ਸਿੱਧ ਹੋ ਸਕੇ। ਹਾਂਜੀ। ਤਬ ਕੋ ਇਹ ਸ਼ਿਵਲਿੰਗ ਸੁਹਾਵਾ, ਰਘੂਬਰ ਕੀਨ ਸਥਾਪਨ ਪਾਵਾ। ਆਖਿਆ ਮਰਦਾਨਿਆ, ਇਹ ਸ਼ਿਵਲਿੰਗ ਸ਼੍ਰੀ ਰਾਮਚੰਦਰ ਨੇ ਆਪ ਸਥਾਪਿਤ ਕੀਤਾ ਸੀ, ਭਾਵਨਾ ਨਾਲ ਕੀਤਾ ਸੀ। ਸਮੁੰਦਰ ਪਾਰ ਕਰਨ ਤੋਂ ਪਹਿਲਾਂ, ਸਮੁੰਦਰ ਦੇ ਉੱਤੇ ਪੁਲ ਬਣਾਉਣ ਤੋਂ ਪਹਿਲਾਂ ਇੱਥੇ ਇਹ ਸ਼ਿਵ ਜੀ ਦੀ ਪੂਜਾ ਕੀਤੀ ਗਈ ਸੀ। ਹਾਂਜੀ। ਪਾਹਨ ਪਰ ਲੇਖ ਕਰ ਨਿਜ ਨਾਮੂ, ਸੇਤ ਬਾਂਧ ਲੀਨੋ ਅਬਰਾਮੂ। ਹੁਣ ਇੱਥੇ ਇੱਕ ਬੜੀ ਸਿਧਾਂਤਕ ਇੱਕ ਗੱਲ ਸਾਨੂੰ ਦ੍ਰਿੜ ਹੋਏਗੀ। ਫਿਰ ਕੀ ਹੋਇਆ? ਪੂਜਾ ਕਰ ਲਈ ਸ਼ਿਵ ਜੀ ਦੀ ਨਹੀਂ। ਹੁਣ ਪੁਲ ਬਣਾਉਣਾ ਸ਼ੁਰੂ ਕੀਤਾ। ਪੁਲ ਬਣਾਉਣ ਦਾ ਤਰੀਕਾ ਕੀ ਕੱਢਿਆ ਕਿ ਪਾਹਣ ਪਰ ਲਿਖ ਕਰ ਨਿਜ ਨਾਮੋ। ਸ਼੍ਰੀ ਰਾਮਚੰਦਰ ਜੀ ਨੇ ਇੱਕ ਇੱਕ ਪੱਥਰ ਦੇ ਉੱਪਰ ਆਪਣਾ ਨਾਮ ਲਿਖਾਇਆ ਕਿ ਇਹਦੇ ਤੇ ਲਿਖੋ, ਰਾਮ ਲਿਖੋ ਭਾਈ। ਇੱਕ ਇੱਕ ਪੱਥਰ ਦੇ ਉੱਤੇ ਨਿਜ ਨਾਮ ਲਿਖਾ ਕੇ, ਆਪਣਾ ਨਾਮ ਲਿਖਾ ਕੇ, ਫਿਰ ਸੇਤ ਬਾਂਧ ਲੀਨੋ ਅਬਰਾਮ, ਤੇ ਬੜੀ ਛੇਤੀ ਬੜਾ ਸੋਹਣਾ ਪੁਲ ਜਿਹੜਾ ਸੀ ਉਹ ਬੰਨ ਦਿੱਤਾ ਗਿਆ। ਜਿਵੇਂ ਅੱਜ ਅਸੀਂ ਪੁਲ ਬਣਾਉਣਾ ਕਹਿੰਦੇ ਆ, ਜਾਂ ਅਸੀਂ ਕੋਈ ਇੱਦਾਂ ਦਾ ਕੋਈ ਹੋਰ ਸ਼ਬਦ ਵਰਤਦੇ ਆ, ਤੇ ਉਸ ਵੇਲੇ ਦਾ ਜਿਹੜਾ ਤਰੀਕਾ ਵੀ ਇਹੀ ਸੀਗਾ ਕਿ ਉਹ ਪੱਥਰ ਨਾਲ ਪੱਥਰ ਜੋੜਿਆ ਗਿਆ ਤੇ ਪੁਲ ਜਿਹੜਾ ਸੀ ਉਹ ਵੱਜ ਗਿਆ। ਹਾਂਜੀ। ਮਰਦਾਨਾ ਕਹੇ ਪਾ ਸੰਦੇਹੂ, ਕਿਉਂ ਰਘੁਬੀਰ ਕੀਨ ਕ੍ਰਿਤ ਏਹੂ। ਭਾਈ ਮਰਦਾਨੇ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਇਹ ਕੀ? ਵੀ ਜਦੋਂ ਖੁਦ ਸ਼੍ਰੀ ਰਾਮਚੰਦਰ ਉੱਥੇ ਮੌਜੂਦ ਨੇ, ਜਦੋਂ ਰਾਮਚੰਦਰ ਜੀ ਹੀ ਹੁਕਮ ਕਰ ਰਹੇ ਨੇ, ਤਾਂ ਫਿਰ ਇੱਕ ਇੱਕ ਪੱਥਰ ਦੇ ਉੱਤੇ ਸ਼੍ਰੀ ਰਾਮਚੰਦਰ ਜੀ ਦਾ ਨਾਮ ਲਿਖਣ ਦਾ ਕੀ ਮਤਲਬ? ਵੀ ਇਹ ਤਾਂ ਬੜੀ ਅਚੰਭੇ ਵਾਲੀ ਗੱਲ ਹੋਈ ਕਿ ਆਪ ਉੱਥੇ ਉਸ ਯੁੱਗ ਦਾ ਅਵਤਾਰ ਮੌਜੂਦ ਹੈ ਤੇ ਪਾਹਣ ਪਰ ਲਿਖ ਕਰ ਨਿਜ ਨਾਮੋ, ਸੇਤ ਬਾਂਧ ਲੀਨੋ ਅਬਰਾਮੋ। ਮਰਦਾਨਾ ਕਹਿ ਭਾ ਸੰਦੇਹੂ। ਕਹਿਣ ਲੱਗਾ ਬਾਬਾ ਮੇਰੇ ਮਨ ਵਿੱਚ ਸੰਦੇਹ ਪੈਦਾ ਹੋ ਗਿਆ, ਇੱਕ ਸ਼ੰਕਾ ਪੈਦਾ ਹੋ ਗਿਆ, ਮੇਰੇ ਮਨ ਵਿੱਚ ਇੱਕ ਸੰਸਾ ਉਪਜਿਆ ਕਿ ਇਹ ਕੀ? ਕਿਉਂ ਰਘਬੀਰ ਕੀਨ ਕ੍ਰਿਤ ਇਹੋ।
ਰਘੁਬੀਰ ਨੂੰ ਕੀ ਲੋੜ ਸੀ? ਸ਼੍ਰੀ ਰਾਮਚੰਦਰ ਜੀ ਨੂੰ ਕੀ ਲੋੜ ਸੀ ਆਪਣਾ ਨਾਂ ਪੱਥਰਾਂ ਤੇ ਲਿਖਣ ਦੀ? ਹਾਂਜੀ। ਸਰਬ ਭਾਂਤ ਸਮਰੱਥ ਗੁਸਾਈ, ਆਪ ਹੁਤੇ ਠਾਂਡੇ ਜਿਹ ਥਾਈ। ਕੀ ਸ਼੍ਰੀ ਰਾਮਚੰਦਰ ਦੇ ਵਿੱਚ ਆਪਣੇ ਵਿੱਚ ਤਾਕਤ ਨਹੀਂ ਸੀ? ਜਦੋਂ ਉਹ ਆਪ ਉੱਥੇ ਖੁਦ ਮੌਜੂਦ ਨੇ, ਉਹ ਉੱਥੇ ਨਾ ਹੁੰਦੇ ਤੇ ਗੱਲ ਹੋਰ ਸੀ। ਉਹ ਕਿਤੇ ਹੋਰ ਜਗ੍ਹਾ ਹੁੰਦੇ ਫਿਰ ਗੱਲ ਹੋਰ ਮੰਨੀ ਜਾ ਸਕਦੀ ਸੀ ਵੀ ਹਨੂਮਾਨ ਨੇ ਕਿਹਾ ਵੀ ਰਾਮਚੰਦਰ ਜੀ ਦਾ ਨਾਂ ਲਿਖੋ ਤੇ ਲੰਘ ਜਾਓ, ਤੇ ਗੱਲ ਸਮਝ ਆਉਂਦੀ ਹੈ। ਪਰ ਜਿੱਥੇ ਖੁਦ ਰਾਮਚੰਦਰ ਜੀ ਮੌਜੂਦ ਹੋਣ, ਕਹਿਣ ਲੱਗਾ ਜੀ ਇਹ ਸੰਸਾਰ ਮੇਰੇ ਮਨ ਵਿੱਚ ਉਪਜਿਆ। ਕਿਉਂ ਤਹਿ ਸ਼ਿਵ ਅਬ ਖੇਕਣ ਕੀਨਾ, ਇਕ ਸੰਸਾ ਮੁਝ ਇਹੋ ਪਰਬੀਨਾ। ਜੇ ਸ਼੍ਰੀ ਰਾਮਚੰਦਰ ਖੁਦ ਅਵਤਾਰ ਨੇ ਤੇ ਦੂਜਾ ਸੰਸਾ ਮੇਰਾ ਇਹ ਵੀ ਉਹਨਾਂ ਨੇ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ? ਜਦੋਂ ਉਹ ਖੁਦ ਅਵਤਾਰ ਨੇ, ਖੁਦ ਉਸ ਯੁੱਗ ਦੇ ਉਹ ਮਹਾਨ ਪੁਰਖ ਨੇ, ਤੇ ਉਹਨਾਂ ਨੂੰ ਸ਼ਿਵ ਜੀ ਦੀ ਪੂਜਾ ਆਪ ਕਰਨ ਦੀ, ਕਰਵਾਉਣ ਦੀ ਕੀ ਲੋੜ ਪੈ ਗਈ? ਹਾਂਜੀ। ਆਪਣੋ ਲਿਖ ਕਰ ਨਾਮ ਬਹੋਰੀ, ਤਾਰੇ ਪਾਹਣ ਰਾਖੇ ਜੋਰੀ। ਫਿਰ ਆਪਣਾ ਹੀ ਨਾਂ ਲਿਖ ਕੇ ਆਪਣੇ ਕੋਲੋਂ ਪੱਥਰਾਂ ਨੂੰ ਸਮੁੰਦਰ ਦੇ ਉੱਤੇ ਕਿਉਂ ਤਾਰਿਆ? ਉਹ ਕਹਿ ਦਿੰਦੇ ਪੱਥਰ ਉਦਾਂ ਹੀ ਤਰ ਜਾਂਦੇ। ਨਾਂ ਲਿਖਣ ਦੀ ਕੀ ਲੋੜ ਸੀ ਉੱਤੇ? ਰਾਮ ਲਿਖਣ ਦੀ ਕੀ ਲੋੜ ਸੀ? ਇਸ ਪ੍ਰਕਾਰ ਕਿਉਂ ਕੀਨ ਪਰਿਆਸਾ, ਉਰ ਸੰਸੈ ਦਵੈ ਦੇਹੋ ਬਿਨਾਸਾ। ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਮੈਨੂੰ ਦੱਸੋ ਵੀ ਇਹ ਪ੍ਰਯਾਸ ਕਰਨ ਦੀ ਕੀ ਲੋੜ ਸੀ? ਇਦਾਂ ਦਾ ਯਤਨ ਕਰਨ ਦੀ ਕੀ ਲੋੜ ਪੈ ਗਈ? ਇਦਾਂ ਕਿਉਂ ਕੀਤਾ ਗਿਆ? ਇਹਦੀ ਕੀ ਲੋੜ ਸੀ? ਉਰ ਸੰਸੇ ਦਵੈ ਦੇਹੋ ਬਿਨਾਸਾ, ਇਹ ਦੋ ਮੇਰੇ ਸ਼ੰਕੇ ਨੇ। ਜਿਵੇਂ ਅੱਜ ਅਸੀਂ ਅੰਗਰੇਜ਼ੀ 'ਚ ਕਹਿੰਦੇ ਜੀ ਇਹ ਦੋ ਡਾਊਟ ਪੈਦਾ ਹੋ ਗਏ ਜੀ ਮੇਰੇ ਅੰਦਰ, ਪਹਿਲਾਂ ਇਹ ਖਤਮ ਕਰੋ। ਹੁਣ ਸ਼ਬਦ ਅੰਗਰੇਜ਼ੀ ਦਾ ਬਹੁਤ ਵਧੀਆ ਹੈ ਕਿ ਅਸੀਂ ਕੋਈ ਧੱਬਾ ਹੋਵੇ ਉਹਨੂੰ ਵੀ ਡਾਊਟ ਕਹਿੰਦੇ ਆ, ਉਹਨੂੰ ਦੂਜੀ ਤਰ੍ਹਾਂ ਬੋਲਦੀ ਦਾ, ਡਾਟ ਬੋਲਦੀ ਦਾ ਕਿ ਡਾਟ ਡਾਟ ਇਹ ਕੀ ਬਣਿਆ ਹੋਇਆ ਹੈ। ਸ਼ੰਕੇ ਨੂੰ ਡਾਊਟ ਕਹਿ ਦਿੱਤਾ। ਤੋ ਇਹ ਭਾਈ ਮਰਦਾਨਾ ਕਹਿਣ ਲੱਗਾ ਜੀ ਇਹ ਦੋ ਸੰਸੇ ਨੇ ਮੇਰੇ ਮਨ 'ਚ, ਇਹ ਜ਼ਰੂਰ ਖਤਮ ਕਰੋ ਕਿ ਸ਼੍ਰੀ ਰਾਮਚੰਦਰ ਜੀ ਨੂੰ ਸ਼ਿਵਲਿੰਗ ਰੱਖ ਕੇ ਸ਼ਿਵ ਜੀ ਦੀ ਪੂਜਾ ਕਰਨ ਦੀ ਕਿਉਂ ਲੋੜ ਪੈ ਗਈ? ਪੱਥਰਾਂ ਦੇ ਉੱਤੇ ਰਾਮ ਲਿਖਣ ਦੀ ਲੋੜ ਕਿਉਂ ਪੈ ਗਈ? ਹਾਂਜੀ। ਹਵੈ ਬਲਹੀਨੇ ਇਉ ਬਣ ਆਈ, ਅਪਰ ਅਲੰਬ ਪਾਏ ਕਰ ਜਾਈ। ਕੀ ਉਹ ਆਪ ਬਲਹੀਣੇ ਹੋ ਗਏ ਸੀ? ਕੀ ਫਿਰ ਉਹਨਾਂ ਨੂੰ ਕਿਸੇ ਹੋਰ ਦੀ ਸ਼ਕਤੀ ਲੈਣੀ ਪਈ? ਕੀ ਉਹਨਾਂ ਨੇ ਜਿਹੜੀ ਲੰਕਾ ਜਿੱਤੀ ਹੈ, ਜਿਹੜਾ ਸਮੁੰਦਰ ਦੇ ਉੱਤੇ ਪੁਲ ਬੱਧਾ ਹੈ, ਕੀ ਉਹਨਾਂ ਨੇ ਕਿਸੇ ਹੋਰ ਦੀ ਤਾਕਤ ਲੈ ਕੇ ਬੰਨਿਆ? ਸੁਣ ਕਰ ਕਿਰਪਾ ਨਿਦਾਨ ਬਖਾਨਾ, ਉੱਤਰ ਸੁਣੋ ਕਾਣ ਮਰਦਾਨਾ। ਗੁਰੂ ਨਾਨਕ ਦੇ ਪਿਤਾ ਜੀ ਨੇ ਆਖਿਆ ਮਰਦਾਨਿਆ ਉੱਤਰ ਕੰਨ ਦੇ ਕੇ ਸੁਣੀ। ਕੰਨ ਦੇ ਕੇ ਦਾ ਅਰਥ ਹੁੰਦਾ ਤਵੱਜੋ ਦੇ ਕੇ, ਧਿਆਨ ਦੇ ਕੇ। ਕਿਉਂਕਿ ਆਮ ਹਾਲਾਤਾਂ ਦੇ ਵਿੱਚ ਅਸੀਂ ਗੱਲਾਂ ਕਰੀ ਜਾਂਦੇ ਆ ਪਰ ਗੱਲ ਵੱਲ ਅਸੀਂ ਵਿਚਾਰ ਨਹੀਂ ਕਰਦੇ। ਤੁਸੀਂ ਕਈ ਵਾਰੀ ਖੁਦ ਵੇਖਿਆ ਹੋਏਗਾ ਵੀ ਉਹੀ ਗੱਲ ਤੁਸੀਂ 1000 ਵਾਰੀ ਕੀਤੀ ਹੈ ਪਰ ਜਿੱਦਣ ਬਹਿ ਕੇ ਉਹਦੀ ਵਿਚਾਰ ਕੀਤੀ ਉਹਦੇ ਅਰਥ ਕਿਤੇ ਦੇ ਕਿਤੇ ਚਲੇ ਗਏ। ਸਤਿਗੁਰੂ ਕਹਿਣ ਲੱਗੇ ਹੁਣ ਕੰਨ ਦੇ ਕੇ ਸੁਣੀ, ਧਿਆਨ ਦੇ ਕੇ, ਤਵੱਜੋ ਦੇ ਕੇ, ਜਿਹਨੂੰ ਆਪਾਂ ਕਹਿੰਦੇ ਵੀ ਹੁਣ ਇਕਾਗਰ ਚਿੱਤ ਧੋ ਕੇ ਗੱਲ ਸੁਣਿਓ ਜੇ। ਹਾਂਜੀ। ਭਗਤ ਨਾਮ ਕੀ ਵੱਡ ਵਡਿਆਈ, ਸੁਰ ਨਰ ਸਭ ਮੈਂ ਆਪ ਰਖਾਈ। ਇਹ ਜਿਹੜਾ ਭਗਤ ਨਾਮ ਹੈ ਇਹਦੀ ਵਡਿਆਈ ਬਹੁਤ ਵੱਡੀ ਹੈ। ਇਹ ਗੱਲ ਸਮਝਣ ਵਾਲੀ ਹੈ। ਗੱਲ ਇਹ ਨਹੀਂ ਕਿ ਰੱਬ ਵੱਡਾ ਹੈ ਕਿ ਨਹੀਂ ਹੈ, ਰੱਬ ਤੇ ਵੱਡਾ ਹੀ ਹੈ। ਸਤਿਗੁਰੂ ਦੀ ਬਾਣੀ ਪੜ੍ਹੋ, ਉਹਦੇ 'ਚ ਲਿਖਿਆ ਕਿ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੀ ਦੁਨੀਆ ਇਕੱਠੀ ਹੋ ਕੇ ਕਵੇ ਰੱਬ ਵੱਡਾ ਹੈ, ਰੱਬ ਵੱਡਾ ਨਹੀਂ ਹੋਏਗਾ, ਉਹ ਹੈ ਹੀ ਵੱਡਾ ਹੈ।
ਹੁਣ ਸਾਰੀ ਦੁਨੀਆ ਇਕੱਠੀ ਹੋ ਕੇ ਕਵੇ ਅਸੀਂ ਰੱਬ ਨੂੰ ਮੰਨਦੇ ਹੀ ਨਹੀਂ, ਤੇ ਕੀ ਇਹਦੇ ਨਾਲ ਰੱਬ ਦੀ ਹੋਂਦ ਖਤਮ ਹੋ ਜਾਏਗੀ? ਇਹ ਤਾਂ ਇੱਦਾਂ ਹੋ ਗਿਆ ਵੀ ਜਿੱਦਾਂ ਬੰਦਿਆਂ ਨੇ ਰੱਬ ਬਣਾਇਆ ਹੋਵੇ ਤੇ ਬੰਦੇ ਰੱਬ ਨੂੰ ਲਾਹ ਦੇਣ। ਸਤਿਗੁਰੂ ਕਹਿੰਦੇ ਨੇ ਨਹੀਂ ਭਾਈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹਾਂ, ਇੱਕ ਗੱਲ ਜ਼ਰੂਰ ਹੈ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨੇ ਉਹਦੀ ਭਗਤੀ ਕੀਤੀ ਉਹਨੂੰ ਇੱਜ਼ਤ ਜ਼ਰੂਰ ਮਿਲੀ ਹੈ। ਹੁਣ ਸਾਡੇ 'ਚ ਬੜੇ ਲੋਕ ਨੇ, ਮੈਂ ਨਹੀਂ ਮੰਨਦਾ ਜੀ ਗੁਰਦੁਆਰੇ ਨੂੰ, ਕੋਈ ਕਹਿੰਦਾ ਜੀ ਮੈਂ ਮੰਦਿਰ ਨੂੰ ਨਹੀਂ ਮੰਨਦਾ, ਕੋਈ ਕਹਿੰਦਾ ਮੈਂ ਮਸੀਤ ਨੂੰ ਨਹੀਂ ਮੰਨਦਾ, ਕੋਈ ਕਹਿੰਦਾ ਜੀ ਮੈਂ ਰੱਬ ਨੂੰ ਵੀ ਨਹੀਂ ਮੰਨਦਾ। ਇਹਦਾ ਰੱਬ ਨੂੰ ਕੀ ਫਰਕ ਪੈਂਦਾ? ਹੁਣ ਬੰਗਲਾ ਸਾਹਿਬ ਇੱਥੋਂ ਦੁਨੀਆ ਸ਼ੋਕਾ ਰੋਡ ਤੋਂ ਲੰਘੀ ਜਾਂਦੀ ਹੈ, ਕੋਈ ਨਾ ਮੰਨੇ ਕੀ ਫਰਕ ਪੈਂਦਾ? ਪਰ ਕਈ ਵਾਰੀ ਤੁਸੀਂ ਹੈਰਾਨ ਹੋਵੋਗੇ ਕਿ ਅਸ਼ੋਕਾ ਰੋਡ ਡਬਲ ਰੋਡ ਹੈ, ਵਨ ਵੇ ਟ੍ਰੈਫਿਕ, ਇੱਕ ਰੋਡ ਤੇ ਆਉਂਦਾ ਇੱਕ ਤੇ ਜਾਂਦਾ ਹੈ। ਕਈ ਵਾਰੀ ਰੋਡ ਦੇ ਪਰਲੇ ਪਾਸੇ ਕੀ ਵੇਖੀਦਾ ਹੈ, ਕੋਈ ਗੱਡੀ ਖਲੋਤੀ ਹੈ, ਕੋਈ ਸਕੂਟਰ ਖਲੋਤਾ ਹੈ। ਸੜਕ ਦੇ ਪਰਲੇ ਪਾਸੇ ਜਿੱਧਰ ਆਪੋਜਿਟ ਪਾਸਾ ਹੈ, ਉੱਥੇ ਬੰਦਾ ਖਲੋਤਾ ਹੱਥ ਜੋੜ ਕੇ ਅਰਦਾਸ ਕਰ ਰਿਹਾ। ਹੁਣ ਉਹ ਵੀ ਲੋਕ ਹੈਗੇ ਨੇ, ਉਹਨਾਂ ਕੋਲ ਨਹੀਂ ਵਕਤ ਹੋਏਗਾ ਅੰਦਰ ਆਉਣ ਦਾ, ਉਹ ਸੜਕ ਦੇ ਪਰਲੇ ਪਾਸੇ ਖਲੋ ਕੇ ਵੀ ਮੱਥਾ ਟੇਕ ਕੇ ਲੰਘਦੇ ਨੇ। ਹੁਣ ਇਹ ਤਾਂ ਆਪਣੀ ਆਪਣੀ ਆਸਥਾ ਹੈ, ਜਿਹੜਾ ਮੰਨੇਗਾ ਉਹ ਲੈ ਲੇਗਾ, ਨਹੀਂ ਤਾਂ ਆਪਣੇ ਘਰ 'ਚ ਵੇਖ ਲਓ ਤੁਸੀਂ, ਮਾਂ ਪਿਓ ਨੇ, ਜਿਹੜਾ ਬੱਚਾ ਕਵੇ ਮਾਂ ਪਿਓ ਨੂੰ ਮੈਂ ਨਹੀਂ ਮੰਨਦਾ, ਉਹਨੂੰ ਕੁਛ ਨਹੀਂ ਮਿਲਦਾ। ਤੇ ਜਿਹੜੇ ਮਾਂ ਪਿਓ ਦੇ ਨੂੰ ਮੰਨਦੇ ਨੇ, ਉਹਨਾਂ ਦੇ ਮਗਰ ਰਹਿੰਦੇ ਨੇ, ਉਹ ਸਾਰਾ ਕੁਝ ਹੀ ਲੈ ਲੈਂਦੇ ਨੇ। ਹਾਂ, ਇਹ ਜ਼ਰੂਰ ਹੈ ਕਿ ਮਾਂ ਪਿਓ ਓਨਾ ਹੀ ਦੇਵੇਗਾ ਜਿੰਨਾ ਉਹਨਾਂ ਕੋਲ ਹੈਗਾ। ਗੁਆਂਢੀਆਂ ਤੋਂ ਮੰਗ ਕੇ ਤੇ ਲੈ ਕੇ ਦੇਣ ਹੋ ਰਿਹਾ, ਕਰਜ਼ਾ ਚੁੱਕ ਕੇ ਤੇ ਮਾਂ ਪਿਓ ਦੇਣ ਹੋ ਰਿਹਾ। ਭਾਈ ਦੇਣਗੇ ਤਾਂ ਉਹੀ ਜੋ ਉਹਨਾਂ ਦੇ ਕੋਲ ਹੈ, ਪਰ ਮਿਲੇਗਾ ਉਹਨੂੰ ਜਿਹੜਾ ਮਾਂ ਪਿਓ ਦੀ ਪੂਜਾ ਕਰੇਗਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ, ਜਿਹੜਾ ਭਗਤ ਨਾਮ ਹੈ ਇਹ ਰੱਬ ਨੇ ਆਪ ਸਥਾਪਿਤ ਕੀਤਾ ਹੈ। ਭਗਤ ਨਾਮ ਦੀ ਵਡਿਆਈ ਰੱਬ ਨੇ ਆਪ ਬਣਾਈ ਹੈ। ਔਰ ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੈ ਕਿ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਂਤ ਵਿਦਾਤਾ। ਜੇ ਭਗਤ ਨਾ ਹੁੰਦੇ ਤਾਂ ਰੱਬ ਨੂੰ ਕਿੰਨੇ ਮੰਨਣਾ ਸੀ? ਔਰ ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇ ਕਿ ਰੱਬ ਨੂੰ ਮੰਨਣ ਕਰਕੇ ਜਿਹੜੇ ਭਗਤ ਹੋਏ ਨੇ, ਉਹਨਾਂ ਨੂੰ ਆਰਿਆਂ ਨਾਲ ਵੀ ਚੀਰਿਆ ਗਿਆ, ਉਹਨਾਂ ਦੇ ਬੰਦ ਵੀ ਕੱਟੇ ਗਏ, ਉਹਨਾਂ ਨੂੰ ਸਮੁੰਦਰ 'ਚ ਵੀ ਸੁੱਟਿਆ ਗਿਆ, ਉਹਨਾਂ ਦਾ ਫੁੱਟਬਾਲ ਬਣਾ ਕੇ ਹਾਥੀ ਅੱਗੇ ਵੀ ਰੱਖ ਦਿੱਤਾ ਗਿਆ, ਉਹਨਾਂ ਨੂੰ ਸੂਲੀ ਤੇ ਵੀ ਟੰਗਿਆ ਗਿਆ, ਕਿਸੇ ਦੀ ਖੱਲ ਪੁੱਠੀ ਵੀ ਉਤਾਰੀ ਗਈ। ਸਾਰੇ ਧਰਮਾਂ ਦਾ ਇਤਿਹਾਸ ਪੜ੍ਹੋ, ਫਿਰ ਪਤਾ ਲੱਗੇਗਾ ਤੁਹਾਨੂੰ। ਇਹ ਤਾਂ ਨਹੀਂ ਨਾ ਵੀ 24 ਘੰਟੇ ਤੁਸੀਂ ਸਮਰਾਟ ਸਿਕੰਦਰ ਹੀ ਪੜ੍ਹੋਗੇ, ਤੁਸੀਂ ਹਮੇਸ਼ਾ ਹਿਟਲਰ ਹੀ ਪੜ੍ਹੋਗੇ, ਚੰਗੇਜ਼ ਖਾਂ ਹੀ ਪੜ੍ਹੋਗੇ, ਬਾਬਰ ਹੀ ਪੜ੍ਹੋਗੇ, ਔਰੰਗਜ਼ੇਬ ਹੀ ਪੜ੍ਹੋਗੇ। ਇਹ ਰਾਜੇ ਹੋਏ ਨੇ, ਇਹ ਭਗਤ ਨਹੀਂ ਹੋਏ। ਜਮਾਤੇ ਇਸਲਾਮੀ ਹਿੰਦ ਦੇ ਸਦਰ ਹੁੰਦੇ ਸਨ ਸਰਾਜੁਲ ਹਸਨ ਸਾਹਿਬ, ਪਿੱਛੋਂ ਹੈਦਰਾਬਾਦ ਤੋਂ ਸਨ। ਇੱਥੇ ਦਾਵਤ ਨਗਰ ਹੈ, ਜਾਮੀਆ ਇਸਲਾਮੀਆ ਯੂਨੀਵਰਸਿਟੀ ਤੋਂ ਅੱਗੇ ਮੁਸਲਮਾਨਾਂ ਦਾ ਹੀ ਏਰੀਆ ਹੈ। ਉੱਥੇ 40 ਏਕੜ ਵਿੱਚ ਉਹਨਾਂ ਦਾ ਮਰਕਜ਼ ਹੈ, ਉਹਨਾਂ ਦਾ ਹੈੱਡ ਆਫਿਸ ਹੈ। ਇਹ ਗੱਲ ਸ਼ਾਇਦ ਸਨ 2002 ਦੀ ਹੋਏਗੀ। ਸਾਰੇ ਹੈੱਡ ਗ੍ਰੰਥੀ ਸਾਹਿਬ ਗਏ, ਮੈਂ ਵੀ ਗਿਆ, ਪ੍ਰਧਾਨ ਸਕੱਤਰ ਵੀ, ਸਾਰੀ ਕਮੇਟੀ ਵੀ ਗਈ। ਤੇ ਸਰਾਜੁਲ ਹਸਨ ਸਾਹਿਬ ਨੇ ਇੱਕ ਗੱਲ ਬੜੀ ਵਧੀਆ ਕਹੀ। ਕਹਿਣ ਲੱਗੇ, ਮੈਨੂੰ ਪਤਾ ਹੈ ਸਿੱਖਾਂ ਦੇ ਮਨ ਵਿੱਚ ਮੁਸਲਮਾਨਾਂ ਦੇ ਪ੍ਰਤੀ ਰੋਸ ਹੈ, ਜਿਵੇਂ ਔਰੰਗਜ਼ੇਬ ਹੈ ਕਿ ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਮਾਰਿਆ, ਉਹਨੇ ਗੁਰੂ ਜੀ ਦੇ ਬੱਚਿਆਂ ਨੂੰ ਸ਼ਹੀਦ ਕੀਤਾ। ਉਹਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦੇ ਔਰੰਗਜ਼ੇਬ ਕੌਣ ਸੀ? ਉਹ ਇੱਕ ਰਾਜਾ ਸੀ। ਤੁਹਾਨੂੰ ਗੁੱਸਾ ਹੈ ਕਿ ਉਹਨਾਂ ਨੇ ਤੁਹਾਡਾ ਗੁਰੂ ਮਾਰਿਆ? ਕਹਿੰਦੇ ਸਾਨੂੰ ਪੁੱਛੋ ਤੇ ਉਹਨੇ ਆਪਣਾ ਪਿਓ ਵੀ ਮਾਰਿਆ।
उन्हें अपने भरा भी मारे ने, ਉਹਦਾ इस्लाम ਨਾਲ की लेना देना। ये गल पहली बारी मेरे दिमाग विच पई। वो कहता भी ये दो चीज़ां वखरियां वखरियां ने, मुसलमान और इस्लाम दोनों विच फर्क है। मैनू ये गल बड़ी वधिया समझ आई भी गल तो साडे भी इदां ही है। सिख और सिखी विच फर्क है। सिख एक व्यक्ति है, सिखी एक धर्म है। ये बरेली विच हो चुका है कि उत्थे किसी पार्क का झगड़ा हो गया। जदों केस चलिया तो हुण तुहानूं पता ही है भी यूपी च आबादी बहुत है तो मुसलमान भी जज भी हैगे ने। जिहड़ा केस सी वो एक हिंदू जज कोले चला गया। हिंदू बड़े खुश भी हुण तो फैसला साढ़े हक च ही होएगा, पर वो जज बहुत अच्छा सी। उन्हें की कीता कि बरेली का जिहड़ा सब तो वध लोकां विच मन्निया जांदा उत्थों दा मौलवी सी, इमाम सी। उन्हें कहा जी जो इमाम साहब कहणगे मैं उहदे ते फैसला कर देंगा। हुण मुसलमान खुश हो गए भी इमाम तो मुसलमानों की गल करेगा, वो थोड़ा हिंदुओं की गल करेगा। भी हिंदू जज का तो दिमाग खराब हो गया कि उन्हें सारी खेड़ इमाम साहब ते पाती है। इमाम साहब गए, वो कहते दसो बई ये पार्क ते हक किन्हां दा है? वो कहन लगे हिंदुओं का है। फैसला मुसलमानों के उल्ट हो गया। हुण मुसलमान पै गए काजी नूं, उन्होंने मौलवी साहब नूं, इमाम नूं पै गए। कहते की कीता ही? वो कहता मैनू पता है मुसलमान हार गए ने, पर मैनू एक गल का पता भी इस्लाम जित गया। अज जे मैं उत्थे झूठ बोलता तो इस्लाम ने हार जाना सी। तुहाडे चार मुसलमानों के जितन नाल की फर्क पैंदा? बरेली दे चार मुसलमान हार जान या जित जान, इहदा सारी दुनिया के मुसलमानों नाल की फर्क पैना सी? पर अज इस्लाम जित गया। अदालत दे विच एक गल आ गई कि भाई इस मुसलमान जिहड़ा सच्चा है वो झूठ नहीं बोलता। कहंदा अज जित इस्लाम दी हुई है तो मैं तुहाडे चार मुसलमानों तो की लेना। उन्हें बड़ी सोहनी गल कही, कहन लगे भाई साहब आप हमारे सिख भाई हो, जितना जुल्म सिखों के ऊपर हुआ है ये मुसलमान बादशाहों जो बादशाह हुए उन्होंने किया है, इस्लाम ने नहीं किया। गलती उहदी ठीक है कि जे इस्लाम करदा तो मलेरकोटले का नवाब हा दा नारा क्यों मारदा? जे इस्लाम सहमत हुंदा कि गुरु गोबिंद सिंह के बच्चे मार देने चाहिए ने तो मलेरकोटले के नवाब नूं भी सहमत होना चाहिए सी भी छेती मारो। जे इस्लाम दे विच हुंदा तो जिहड़ा कोटले वाला निहंग सी, निहंग खां उहदा नां सी मुसलमान दा, वो कदे गुरु गोबिंद सिंह जी नूं अपने घर जगह ना दिंदा। और जदों सिपाही आउंदे तो कदे ना कहंदा भी इस कमरे च ना जाओ, इस कमरे विच मेरी धी ते मेरा जवाई बैठ सुते ने। नबी खां गनी खां कदे भी गुरु साहब नूं उच्च दा पीर ना बनाउंदे। ये गल्लां सानूं समझण दी लोड़ है। असीं कट्टड़ता विच जिउंदे आ, धर्म च नहीं जिउंदे। धर्म का घर जिहड़ा ना वो बहुत अगे है। धर्म दया तो पैदा होता है, कट्टड़ता ईरखा दवैश तो पैदा होती है। जिड्डा मतस्वी होएगा आदमी, जिन्ना ईरखालू होएगा उन्ना कट्टड़ होएगा, जिन्ना धर्मी होएगा उन्ना नरम होएगा। ये जरूर चेता रखना।
सतगुरु जी कहन लगे मर्दानिया जिहड़ा भगत ना है ये रब ने खुद पैदा किया है ते सारी वडियाई रब ने भगत नूं दे दित्ती। क्यों? क्योंकि भगत ने रब दी ये होंद दसण वास्ते, हर बंदा वेखो की कहंदा किहड़ा रब, कित्थे रब, कौन रब, ते फिर रब नूं कौन साबित करदा? रब दा भगत। जिन्ने ये लोक होए ने, कि तुहानूं पता है कि गुरु तेग बहादुर साहब बच सकते सी? औरंगजेब ने क्या करामात विखा दिओ मैं छड्ड दिआंगा, कोई शक्ति विखा दिओ मैं छड्ड दिआंगा तुहानूं। ये सारे लोग इन्हां नाटकां चेटकां तो प्रभावित होए ने। पर उहदे नाल की होना सी? उहदे नाल उही होना सी जो राम राय नाल होया सी। गुरु साहब तो एक विखाउंदे ते बच जाते, राम राय ने तो 72 करामातां विखाईयां तो उन्होंने की मिलिया? कुछ भी ना मिलिया। अज कोई नाम लैंदा राम राय का? गुरु नानक साहब कहन लगे मर्दानिया भगत नाम की बड़ वडियाई सुर नर सब मैं आप रखाई। देवियां देवतियां विच भी जिहड़ी भगत की महिमा है वो सब तो वड्डी है। हाँ जी। इन मह भेद न रंचक जानो, द्वै स्वरूप एक जोत पछानो। हुण अगली गल, रब ते रब दे भगत च की फर्क है? हर हर जन दोए एक है, बिब विचार किश नाही। जल ते उपज तरंग ज्यों, जल के बिखे समाही। हुण दसो पानी ते पानी दी लहरां विच की फर्क है? पानी ते जिहड़ियां पानी तो छल्लां उठदियां ने की फर्क है उहदे च? जे पानी ना होवे ते छल्लां पैदा ही नहीं हो सकदियां। हुण असीं कहिए जी छल्लां उच्चियां हुंदियां ने, वो जे थल्ले समुंदर ना होवे ते छल्लां आउणगियां कित्थों? कदे अपना रेगिस्तान दे विच कदे किसी ने छल्लां उठदियां वेखियां ने? उत्थे रेता ही उठदा है। शायद पता नहीं तुसीं कदे राजस्थान की हनेरी वेखी कि नहीं वेखी, मैं तो वेखी है। हुण तो सारा कुछ चेंज हो गया, नहीं तो असी खुद आप जिवें कोटे बूंदी च करते हैं ना लोग, दिने छतरी लैके चलते हैं तो रात को कंबल रजाई लैके सौंदे ने। वैदर रात को बिल्कुल चेंज हो जाता है। असी अपने पिंड करते सी, जेठ हाड़ दे विच रात को खेस लैके सौंदे हुंदे सी। बरानियां ही जमीनां हुंदियां सी सारियां, रात ठंडी हो जाती सी ते दिन वेले सिर दे उत्ते 2 कपड़े रख के चलना। ये भी हुंदा सी भी भिओं के कपड़ा रख लो तो ज़्यादा वधिया है। ते मजबूरी हुंदी सी दोपहर की रोटी विच कच्चा गंढा ते लाल मिर्च, एक कुट के इस चटनी नाल रोटी खानी। शायद तुहानूं पता है कि नहीं पता, इस तो वधिया गर्मी वास्ते कोई गुणकारी वस्तु नहीं है। अगर तुसी किसी बहुत गर्म एरिए चले जाने हो, तुसी चाहुंदे हो कि तुहानूं कोई ब्रेन हैमरेज ना होवे, तुहानूं कोई नसीर ना फुटे। नसीर की है? ये तो मेरा ख्याल तो जिहड़े गीजर बने ने, कुकर बने ने, ये बने ही बंदे दे सिस्टम तो ने। नसीर ब्रेन हैमरेज तो पहला रब दा अपना एक ट्रीटमेंट है। किस तो पहला कि दिमाग की नाड़ी फट जाए, उहदे विचकार रब ने एक छोटा जिहा एक पड़दा रखे है कि उहदे राहीं खून नक थाणी बाहर आ जाता है, बंदा बच जाता है। नसीर ना कदे बंदा मरदा नहीं है। जिहदी नसीर फुट जाएगी वो बंदा मरेगा नहीं। जिहदी नहीं नसीर फुटेगी उन्होंने ब्रेन हैमरेज हो जाएगा। सतगुरु पिता जी ने समझाया कि मर्दानिया रब ते रब दे भगत विच कोई फर्क नहीं है। जे आपां कहिए रब वखरा है भगत वखरा है
नहीं, जे भगत ना होण ते रब दा ते विश्वास ही खत्म है धरती ते। जे भगत ना होण ते रब नूं किन्ने मनना है? अगर रब की शक्ति नूं संसार विच तुसीं इंप्लीमेंट करना है तो सिर्फ केवल ते केवल एक तरीका है कि उहदे लई भगत होना चाहिए। एवें नहीं सी गुरु नानक साहब ने भाई लैणे नूं मत्था टेकिया। तुसीं कदे वेख लिओ किसी टीचर दा, प्रोफैसर दा, जिहड़ा सब तो नेक लायक बच्चा होएगा, इंटैलीजेंट बच्चा होएगा, सब तो सॉफ्ट कॉर्नर टीचर दी, प्रोफैसर दी उहदे नाल होएगी। क्योंकि जदों हायर जिहड़े अथॉरिटी हुंदे ने एजुकेशन दे, उन्होंने जदों विजिट करना उन्होंने कहना दसो कोई इंटैलीजेंट बच्चा दसो जिन्हों तुसीं पढ़ाया होवे। और वो बच्चे का इंटैलीजेंट होना ही दसदा है भी इहदा अध्यापक कितना लायक है। मैं तो हमेशा बेनती करदा भी जिस मास्टर दे पढ़ाए बच्चे भेडां बकरियां चारन, उस मास्टर की की इलम है उहदा। जिहड़े डॉक्टर दे मरीज सीधे डैथ बैड ते जान, उहदी डॉक्टरी काहदी है? डॉक्टरी उहदी है जिहदे पेशेंट ठीक होके घर जान, ते जिहदे पेशेंट सीधे शमशान घाट नूं जान, उहदी काहदी डॉक्टरी है? वो तो डंगर डॉक्टरी होया। डॉक्टर की काबलीयत यह है कि भाई इन्हें तो बड़े बड़े वड्डे मरीज ठीक किए ने, ये उहदी काबलीयत है। वड्डे वड्डे अफसरां नूं इन्हें पढ़ाया है, ये उस टीचर की काबलीयत है, ये उस अध्यापक की काबलीयत है। रब की काबलीयत यह है कि उन्हें वड्डे वड्डे भगत पैदा किए ने। ऐसे भगत कदे सुनियो भगत नामदेव जी की कथा। भगत नामदेव जी नूं पकड़ लिया गया, उन्हां दे अगे शर्त रख दी गई कि नामदेव जां तां गऊ जिउंदी कर दे, नहीं तो तेनों मार दिता जाएगा। हुण शर्त रखी, वो भी टाइम बाउंड, कि इन्नियां घड़ियां तेरे कोल टाइम है। ये नहीं भी साल विच जिउंदी कर दे, 5 सालां च जिउंदी कर दे ना। कुछ घड़ियां उन्होंने टाइम दिता भी इन्ने टाइम च गऊ जिउंदी करनी है। तो एक आदमी उत्थे खड़ा कर दिता गया, घड़ी तो होंदी नहीं सी। एक आदमी नूं टल दे के खड़ा कर दिता है कि जदों एक घड़ी बतीत होवे ते तू टल खड़काउणा है। जिहड़ी स्कूल च घंटी आपां टली खड़काउंदे सीगे, कोई टली खड़काउणा कोई स्कूल की मर्यादा तो नहीं हैगी, पर बच्चों को यह दसन वास्ते भी एक पीरियड हो गया, दूजा हो गया, तीजा हो गया, होर कोई तरीका ही नहीं सीगा। अगर उदों सायरन होंदे तो टलियां काहनूं खड़काउणियां सी? एवें कोई गाडर जिहा टंगिया हुंदा सी दरख्त नाल। सिर्फ ये उस वक्त की समय की मजबूरी सी, बंदा खड़ा कर दिता गया। हुण सतगुरु की बाणी च लिखिया होया है, 7 घड़ी जब बीती सुनी। जिहड़ा टाइम दसन वाला बंदा सी उन्हें दसिया भी 7 घड़ियां हो गईयां। ते कहंदे भगत नामदेव ने थोड़ा जिहा सिर उपर चुकिया ते पुछया कि अजो ना आयो 3 भवन धनी। कहंदे वो जिहड़ा 3 भवनां दा मालक है, मात लोक दा, पताल लोक दा, आकाश लोक दा, आया नहीं। फिर की होया? गरुड़ चढ़ गोबिंद आएला, आ गया। कहते गरुड़ ते चढ़िया ते भगवान आ गया। कहता दस नामदेव, कहो तो धरत कोडी करो। इन्हां दी हिम्मत किद्दां पै गई तेरे गल विच संगल पा के बन्नण वाली? बई तेरे गल च कड़ा पा दिता है लोहे दा कि तेरी धौण भी सीधी ना होवे। कहंदे गल कर, आ धरती पुठी करा या दस गऊ जिउंदी करनी तो गऊ जिउंदी कर दिने। की करना है तू दस। भगत उन्होंने कहते हैं, साढ़े तो काम ही उल्टा है।
4 दिन ਉਹਨੂੰ ਭਗਤ ਕਹੀ ਜਾਣਗੇ, ਮੁੜ ਕੇ ਪਤਾ ਲੱਗਦਾ ਵੀ ਉਹ ਇਹੋ ਜਿਹਾ ਕੰਮ ਕਰਦਾ ਹੈ ਕਿ ਮੁੜ ਕੇ ਕਹਿਣ ਵਾਲੇ ਹੀ ਵਿਚਾਰੇ ਚਾਦਰ 'ਚ ਮੂੰਹ ਲਕੋਈ ਜਾਂਦੇ ਨੇ ਵੀ ਹੁਣ ਜਾਣਾ ਕਿੱਧਰ ਨੂੰ ਹੈ। ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਕਈ ਰਾਮ ਆ ਗਏ, ਕਈ ਆਸਾ ਰਾਮ ਆ ਗਏ, ਕਈ ਰਾਮ ਰਹੀਮ ਆ ਗਏ, ਕਈ ਰਾਮਪਾਲ ਆ ਗਏ, ਸ਼੍ਰੀ ਰਾਮਚੰਦਰ ਨਹੀਂ ਆਏ। ਉਹਨਾਂ ਸੋਚਿਆ ਵੀ ਰਾਮ ਕਵਾਂਗੇ ਤੇ ਰਾਮਚੰਦਰ ਵਾਂਗ ਸਾਡੀ ਵੀ ਪੂਜਾ ਹੋਏਗੀ। ਨਹੀਂ, ਰਾਮਚੰਦਰ ਮਰਿਆਦਾ ਪੁਰਸ਼ੋਤਮ ਸਨ ਤੇ ਇਹ ਪਖੰਡੀ ਸਨ। ਇਹ ਤਾਂ ਨਹੀਂ ਜ਼ਰੂਰੀ ਕਿ ਮੈਂ ਕਹਾਂ ਜੀ ਮੈਂ ਭਗਤ ਹਾਂ ਤੇ ਭਗਤ ਹੋ ਗਏ ਤੇ ਭਗਤ ਨਾਮਦੇਵ ਵਰਗੇ ਭਗਤ ਹੋ ਜਾਓਗੇ। ਨਹੀਂ, ਉਹ 15 ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਹਰ ਭਗਤ ਕਹਿਣ ਵਾਲਾ ਓਡਾ ਵੱਡਾ ਭਗਤ ਨਹੀਂ ਹੋ ਸਕਦਾ, ਉਦਾਂ ਦੀ ਕਰਨੀ ਦਾ ਮਾਲਕ ਨਹੀਂ ਹੋ ਸਕਦਾ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਇਨ ਮੈਂ ਭੇਦ ਨਾ ਰੰਚਕ ਜਾਨੋ ਦਵੈ ਸਰੂਪ ਇੱਕ ਜੋਤ ਪਛਾਨੋ। ਭਗਤ ਤੇ ਰੱਬ ਵਿੱਚ ਕੀ ਫਰਕ ਹੈ? ਕੋਈ ਫਰਕ ਨਹੀਂ ਹੈ। ਭਗਤ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ। ਭਗਤ ਖਤਮ ਹੋ ਜਾਏ, ਰੱਬ ਆਪੇ ਹੀ ਖਤਮ ਹੋ ਜਾਏਗਾ। ਰੱਬ ਦਾ ਨਾਂ ਕਿਹਨੇ ਲੈਣਾ? ਤੁਸੀਂ ਸਾਰੇ ਧਰਮਾਂ ਦਾ ਇਤਿਹਾਸ ਪੜ੍ਹੋ। ਹਜ਼ਰਤ ਈਸਾ ਨੂੰ ਸੂਲੀ ਟੰਗਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਚੇਲੇ ਸੀ, ਪਹਿਲਾਂ ਉਹਨਾਂ ਨੂੰ ਮਾਰਿਆ ਗਿਆ। ਉਹਨਾਂ ਚੋਂ ਬਹੁਤੇ ਵੈਸੇ ਹੀ ਡਰ ਗਏ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਸਤਿਗੁਰੂ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਗੱਲ ਹੀ ਬੜੀ ਸੌਖੀ ਸੀ ਵੀ ਜੇ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਕਵੇ ਕਿ ਸਾਡਾ ਗੁਰੂ ਹੀ ਨਹੀਂ ਤੇ ਗੱਲ ਹੀ ਖਤਮ ਹੋ ਗਈ। ਪਰ ਕਸ਼ਮੀਰੀਆਂ ਦੀ ਕਿਹਨੇ ਸੁਣਨੀ ਸੀ? ਔਰੰਗਜ਼ੇਬ ਨੇ ਰੌਲਾ ਪਾ ਦੇਣਾ ਸੀ ਵੀ ਜਿਹੜੇ ਨਾਲ 3 ਬੰਦੇ ਆਏ ਉਹ ਤੇ ਗੁਰੂ ਮੰਨਦੇ ਨਹੀਂ। ਕਸ਼ਮੀਰ ਵਾਲੇ ਕਿੱਥੋਂ ਮੰਨਣ ਲੱਗ ਗਏ ਇਹਨੂੰ ਬਈ? ਉਹਨਾਂ ਪੁੱਛਿਆ ਵੀ ਇਹ ਤੁਹਾਡਾ ਗੁਰੂ ਹੈ? ਉਹਨਾਂ ਕਿਹਾ ਜੀ ਹਾਂ ਸਾਡਾ ਗੁਰੂ ਹੈ। ਉਹਨਾਂ ਕਿਹਾ ਤੁਹਾਨੂੰ ਸ਼ਹੀਦ ਕਰਾਂਗੇ। ਕਹਿੰਦਾ ਕਰ ਦਿਓ, ਪਰ ਗੁਰੂ ਤੇਗ ਬਹਾਦਰ ਹੀ ਹੈ। ਹਾਂਜੀ। ਅਬ ਸੁਨ ਨਾਮ ਲਿਖਿਓ ਜਿਉ ਕਹੂੰ ਤੇਰੇ ਉਰ ਕਾ ਸੰਸਾਦਹੂੰ। ਤੇ ਸ਼੍ਰੀ ਰਾਮਚੰਦਰ ਜੀ ਖੁਦ ਖਲੋਤੇ ਨੇ ਤੇ ਉਹਨਾਂ ਨੇ ਪੱਥਰਾਂ ਦੇ ਉੱਤੇ ਨਾਂ ਕਿਉਂ ਲਿਖਿਆ? ਸੁਣ ਮਰਦਾਨਿਆ, ਇਹਦੇ ਵਿੱਚ ਵੀ ਇੱਕ ਭੇਦ ਹੈ। ਇਹ ਵੀ ਗੱਲ ਧਿਆਨ ਨਾਲ ਸੁਣੀ। ਹਾਂਜੀ। रूप देख उदरे है थोरे जपत नाम को तरे करोरे। ਹੁਣ ਇਹ ਵੇਖੋ ਕਿੱਡੀ ਵੱਡੀ ਗੱਲ ਹੈ। ਮੈਨੂੰ ਆਪਣੀ ਲਾਈਫ 'ਚ ਪਹਿਲੀ ਵਾਰੀ ਗੱਲ ਇਹ ਸਮਝ ਅੱਜ ਆਈ ਹੈ। ਅੱਜ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ, ਪਤਾ ਨਹੀਂ ਕਿੰਨੀ ਦੁਨੀਆ ਉਹਦੇ ਨਾਂ ਤੇ ਰੋਟੀ ਖਾਈ ਜਾਂਦੀ ਹੈ। ਤੁਹਾਡੇ ਇਲਾਕੇ ਦਾ SHO ਹੈ, 50 ਬੰਦਿਆਂ ਨੇ ਵੇਖਿਆ ਹੋਏਗਾ। ਉਹਨੂੰ ਵੇਖਣ ਨਾਲ ਹੋ ਸਕਦਾ ਪਾਣੀ ਪੀਣ ਵਾਲਾ ਇੱਕ ਗਲਾਸ ਪਾਣੀ ਵੀ ਨਾ ਮਿਲੇ। ਇਹ ਵੀ ਚੇਤਾ ਰੱਖਿਓ। ਤੁਸੀਂ SHO ਨੂੰ ਜਾ ਕੇ ਕੁਰਸੀ ਤੇ ਬੈਠੇ ਵੇਖਿਆ, ਤੁਹਾਨੂੰ ਪਾਣੀ ਦਾ ਗਲਾਸ ਵੀ ਨਹੀਂ ਮਿਲਿਆ, ਪਰ ਤੁਸੀਂ ਬਾਹਰ ਨਿਕਲੇ ਕਿਸੇ ਹੋਟਲ ਤੇ ਚਲੇ ਗਏ ਵੀ SHO ਸਾਹਿਬ ਨੇ ਕਿਹਾ ਵੀ 2 ਬੰਦਿਆਂ ਦਾ ਖਾਣਾ ਦੇ ਦਿਓ, ਖਾਣਾ ਪੈਕ ਹੋ ਜਾਏਗਾ। ਹੁਣ ਕੌਣ ਵੱਡਾ ਹੈ? ਨਾਮ ਵੱਡਾ ਹੈ ਕਿ SHO ਵੱਡਾ ਹੈ? ਮਤਲਬ ਮੈਨੂੰ ਵੀ ਪਹਿਲੀ ਵਾਰੀ ਗੱਲ ਸਮਝ ਆਈ ਅੱਜ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ, ਸ਼੍ਰੀ ਰਾਮਚੰਦਰ ਜੀ ਨੂੰ ਵੇਖ ਕੇ ਓਨੀ ਦੁਨੀਆ ਨਹੀਂ ਤਰੀ ਜਿੰਨਾ ਰਾਮ ਦਾ ਨਾਂ ਲੈ ਕੇ ਦੁਨੀਆ ਤਰ ਗਈ ਹੈ। ਇੱਕੋ ਸਨਾਤਨ ਮਤ ਦਾ ਨਾ ਇੱਕ ਗੀਤ ਬੜਾ ਚੱਲਦਾ ਹੈ ਕਿ ਰਾਮ ਸੇ ਬੜਾ ਰਾਮ ਕਾ ਨਾਮ। ਸ਼੍ਰੀ ਰਾਮਚੰਦਰ ਜੀ ਨੇ ਪੱਥਰ ਦੇ ਉੱਤੇ ਨਾਂ ਲਿਖਾਇਆ। ਕਿਉਂ ਲਿਖਾਇਆ? ਸਾਨੂੰ ਇਹ ਲੱਗੇਗਾ ਵੀ ਉਹ ਨਾਂ ਲਿਖਣ ਨਾਲ ਜੀ ਪੱਥਰ ਤਰ ਗਏ। ਹੁਣ ਇਹਦਾ ਜੇ ਸੰਦੇਸ਼ ਕੱਢੀਏ, ਕਿਉਂਕਿ ਹਰ ਗੱਲ ਦਾ ਇੱਕ ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਹੈ। ਕੋਈ ਵੀ ਤੁਸੀਂ ਗੱਲ ਕਰਦੇ ਹੋ, ਹਰ ਗੱਲ ਸਿਰਫ ਗੱਲ ਨਹੀਂ ਹੁੰਦੀ, ਉਸ ਗੱਲ ਦਾ ਇੱਕ ਸੁਨੇਹਾ ਹੁੰਦਾ ਹੈ। ਜਿਵੇਂ ਤੁਸੀਂ ਗਏ ਸਿਗਨਲ ਤੇ ਗਏ, ਹੁਣ ਉੱਥੇ ਬੱਤੀ ਲਾਲ ਆ ਗਈ। ਲਾਲ ਬੱਤੀ ਦਾ ਮਤਲਬ ਕੀ ਹੈ? ਕੀ ਕਹੋਗੇ ਵੀ ਇਹ ਖੂਨ ਵਰਗੀ ਹੈ? ਨਹੀਂ,
ਉਹ ਤੁਹਾਨੂੰ ਕਹਿੰਦੀ ਹੈ ਰੁਕ ਜਾਓ। ਉਹਦਾ ਇੱਕ ਮੈਸੇਜ ਹੈ, ਰੈੱਡ ਸਿਗਨਲ ਦਾ ਇੱਕ ਮੈਸੇਜ ਹੈ, ਗ੍ਰੀਨ ਸਿਗਨਲ ਦਾ ਇੱਕ ਮੈਸੇਜ ਹੈ, ਔਰੰਜ ਸਿਗਨਲ ਦਾ ਇੱਕ ਮੈਸੇਜ ਹੈ। ਆ ਕਿਸਾਨਾਂ ਨੇ 6 ਮਹੀਨੇ ਪੂਰੇ ਹੋਏ ਆਪਣਾ ਰੋਸ ਪ੍ਰਗਟ ਕੀਤਾ, ਉਹ ਕਾਲਾ ਝੰਡਾ ਲਾ ਲਿਆ। ਹੁਣ ਕਾਲਾ ਝੰਡਾ ਮੇਰੇ ਖਿਆਲ ਕਿਸੇ ਨੇ ਅੱਧੇ ਮੀਟਰ ਦਾ ਲਾਇਆ ਹੋਣਾ, ਕਈ ਮੇਰੇ ਵਰਗੇ 2.5 ਮੀਟਰ ਦਾ ਵੀ ਲਾ ਲਿਆ ਹੋਣਾ, ਕਈਆਂ ਨੇ ਨਿੱਕੀ ਜਿਹੀ ਝੰਡੀ ਜੀ ਆਪੇ ਕਾਰ ਦੇ ਉੱਤੇ ਟੰਗ ਲਈ ਹੋਣੀ ਹੈ। ਕਾਲੇ ਰੰਗ ਦਾ ਵੀ ਇੱਕ ਮੈਸੇਜ ਹੈ। ਜਦੋਂ ਲੜਾਈਆਂ ਹੁੰਦੀਆਂ ਨੇ, ਕੁਛ ਹੁੰਦਾ ਹੈ, ਉਹਦਾ ਚਿੱਟਾ ਝੰਡਾ ਲੈ ਕੇ ਦੂਜੀ ਫੌਜ ਆਉਂਦੀ, ਉਹਦਾ ਵੀ ਇੱਕ ਮੈਸੇਜ ਹੁੰਦਾ ਹੈ। ਉਹ ਦੂਰੋਂ ਝੰਡਾ ਵਿਖਾਉਂਦੇ ਨੇ, ਉਹਦਾ ਮਤਲਬ ਹੁੰਦਾ ਵੀ ਹੁਣ ਅਸੀਂ ਸ਼ਾਂਤੀ ਚਾਹੁੰਦੇ ਹਾਂ। ਹੁਣ ਉੱਥੋਂ ਆਵਾਜ਼ ਤੇ ਆ ਨਹੀਂ ਸਕਦੀ, ਉੱਥੋਂ ਤੇ ਗੋਲਾ ਹੀ ਆਏਗਾ, ਜੇ ਆਏਗਾ ਤੀਰ ਹੀ ਆਏਗਾ। ਉਹ ਕਹਿੰਦੇ ਬੈਠੇ ਸੀ ਨਾ ਪੁਲਿਸ ਵਾਲੇ ਤੇ ਫੌਜ ਵਾਲੇ, ਤੋਂ ਇੱਕ ਦੂਜੇ ਨੂੰ ਪੁੱਛਣ ਲੱਗ ਗਏ। ਹੁਣ ਪੁਲਿਸ ਵਾਲਾ ਪੁੱਛਦਾ ਫੌਜੀ ਨੂੰ, ਕਹਿੰਦਾ ਵੀ ਤਨਖਾਹ ਕਿੰਨੀ ਹੈ? ਕਹਿੰਦਾ ਇੰਨੀ। ਕਹਿੰਦਾ ਹੋਰ? ਉਹਨੇ ਦੱਸਿਆ ਵੀ ਵਰਦੀ ਮਿਲਦੀ ਹੈ, ਬੈਰਕ ਮਿਲ ਜਾਂਦੀ ਹੈ, ਖਾਣਾ ਮਿਲ ਜਾਂਦਾ ਹੈ, ਛੁੱਟੀ ਛਾਟੀ ਜਾਈਏ ਤੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਕਹਿੰਦਾ ਫਿਰ ਹੋਰ ਕੁਛ? ਕਹਿੰਦਾ ਨਹੀਂ। ਉੱਪਰੋਂ? ਕਹਿੰਦਾ ਉੱਪਰੋਂ ਤੇ ਬੰਬ ਹੀ ਆਉਂਦੇ ਜਦੋਂ ਆਉਂਦੇ। ਉਹਦਾ ਮਤਲਬ ਤੁਹਾਨੂੰ ਆਉਂਦਾ ਹੋਰ, ਸਾਨੂੰ ਤੇ ਬੰਬ ਹੀ ਆਉਂਦੇ ਜਦੋਂ ਆਉਂਦੇ ਆ। ਹੁਣ ਪੁਲਿਸ ਤੇ ਫੌਜ 'ਚ ਫਰਕ ਹੈ ਨਾ, ਪੁਲਿਸ ਨੂੰ ਤੇ ਉੱਪਰੋਂ ਵੀ ਬਹੁਤ ਕੁਝ ਆਉਂਦਾ ਤੇ ਫੌਜ ਨੂੰ ਜਦੋਂ ਉੱਪਰੋਂ ਆਏਗਾ ਉਹ ਬੰਬ ਹੀ ਆਏਗਾ। ਹੁਣ ਦੂਰੋਂ ਜਦੋਂ ਇੱਕ ਫੌਜ ਚਿੱਟਾ ਝੰਡਾ ਚੁੱਕਦੀ, ਉਹਦਾ ਇੱਕ ਸੁਨੇਹਾ ਹੈ, ਇੱਕ ਮੈਸੇਜ ਹੈ। ਮੈਸੇਜ ਇਹ ਵੀ ਅਸੀਂ ਹਥਿਆਰ ਸੁੱਟਦੇ ਨੇ, ਅਸੀਂ ਹੁਣ ਲੜਨਾ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਚਾਹੁੰਦੇ ਹਾਂ। ਹਰ ਚੀਜ਼ ਦਾ ਇੱਕ ਸੁਨੇਹਾ ਹੈ। ਪੱਥਰ ਉੱਤੇ ਲਿਖ ਦਿੱਤਾ ਰਾਮ। ਹੁਣ ਆਪਾਂ ਨੂੰ ਹੁਣ ਤੱਕ ਇਹੀ ਇਦਾਂ ਹੀ ਲੱਗਦਾ ਸੀਗਾ ਵੀ ਇਹਦਾ ਅਰਥ ਹੈ ਵੀ ਉਹਨਾਂ ਰਾਮ ਲਿਖਿਆ ਤੇ ਪੱਥਰ ਤਰਨਾ ਸ਼ੁਰੂ ਹੋ ਗਿਆ। ਨਹੀਂ, ਉਹਦਾ ਸੁਨੇਹਾ ਇਹ ਸੀ ਵੀ ਰਾਮਚੰਦਰ ਜੀ ਖੁਦ ਖਲੋਤੇ ਨੇ। ਤੇ ਗੁਰੂ ਨਾਨਕ ਸਾਹਿਬ ਅੱਜ ਕਹਿੰਦੇ ਨੇ, ਮਰਦਾਨਿਆ ਰੂਪ ਦੇਖ ਉਧਰੇ ਹੈ ਥੋਰੇ। ਕਿਸੇ ਵੀ ਵਿਅਕਤੀ ਦਾ ਰੂਪ ਵੇਖ ਕੇ ਘੱਟ ਦੁਨੀਆ ਤਰਦੀ ਹੈ। ਫਿਰ ਕੀ ਹੁੰਦਾ? ਜਪਤ ਨਾਮ ਕੋ ਤਰੇ ਕਰੋਰੇ। ਉਹਦਾ ਨਾਂ ਜਪ ਕੇ ਕਰੋੜਾਂ ਬੰਦੇ ਹੀ ਤਰ ਜਾਂਦੇ ਨੇ। ਪਤਾ ਨਹੀਂ ਕਿੰਨੇ ਲੋਕ ਮੰਤਰੀਆਂ ਦਾ ਨਾਂ ਲੈ ਕੇ ਕੰਮ ਚਲਾਈ ਜਾਂਦੇ ਨੇ, ਕਿੰਨੇ ਅਫਸਰਾਂ ਦਾ ਨਾਂ ਲੈ ਕੇ ਕੰਮ ਚਲਾਈ ਜਾਂਦੇ ਨੇ। ਜਿਹੜੀ ਗੱਲ ਵੇਖ ਕੇ ਨਹੀਂ ਬਣ ਸਕਦੀ, ਪਰ ਉਹਦਾ ਨਾਂ ਲਈਏ। ਤੁਸੀਂ ਕਈ ਜਗ੍ਹਾ ਇਹ ਵੀ ਸੁਣਿਆ ਹੋਏਗਾ ਕਿ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਆ ਗਈ, ਫਿਰ ਉਹਨੇ ਕਿਸੇ ਨਾਲ ਗੱਲ ਕਰਾਈ ਤੇ ਜਿਹੜਾ ਰਿਸੈਪਸ਼ਨ ਤੇ ਬੈਠਾ ਸੀ ਉਹ ਇੱਕੋ ਹੀ ਗੱਲ ਕਹੂਗਾ ਜਨਾਬ ਇਹਨੇ ਤੁਹਾਡਾ ਨਾਂ ਹੀ ਨਹੀਂ ਲਿਆ, ਇਹ ਉਦੋਂ ਹੀ ਦਬਕੇ ਮਾਰੀ ਜਾਂਦਾ ਹੈ। ਇਹ ਆਉਂਦਾ ਹੀ ਤੁਹਾਡਾ ਨਾਂ ਲੈਂਦਾ ਤੇ ਮੈਂ ਤੇ ਤੁਹਾਡੀ ਚਾਬੀ ਵੱਖਰੀ ਕਰ ਰੱਖ ਕੇ ਬੈਠਾ ਹੋਇਆ, ਮੈਨੂੰ ਉਦੋਂ ਹੀ ਫੜਾਉਣੀ ਸੀ। ਆ ਲਓ ਬਈ ਤੇਰਾ ਕੰਮ ਹੋ ਗਿਆ। ਨਾਮ ਵੱਡਾ ਹੈ, ਇਹ ਜ਼ਰੂਰ ਚੇਤਾ ਰੱਖਣਾ। ਬੰਦੇ ਨਾਲੋਂ ਬੰਦੇ ਦਾ ਨਾਮ ਵੱਡਾ ਹੋ ਜਾਂਦਾ ਹੈ ਉਹਦੀ ਕਰਨੀ ਕਰਕੇ। ਹਾਂਜੀ। ਨਾਮੀ ਤੇ ਹੈ ਨਾਮ ਵਡਾਈ, ਮਹਿਮਾ ਆਪੇ RAM ਲਖਾਈ। ਇਹ ਮਹਿਮਾ ਰੱਬ ਨੇ ਆਪ ਸਥਾਪਿਤ ਕੀਤੀ ਹੈ। ਨਾਮੀ ਨਾਲੋਂ ਵੀ ਨਾਮ ਵੱਡਾ ਹੈ, ਬੰਦੇ ਨਾਲੋਂ ਵੀ ਬੰਦੇ ਦਾ ਨਾਮ ਵੱਡਾ ਹੈ। ਕਈ ਵਾਰੀ ਤੁਸੀਂ ਬੜੇ ਵੱਡੇ ਨਾਂ ਵਾਲੇ ਬੰਦੇ ਨੂੰ ਵੇਖਣ ਜਾਓਗੇ ਤੇ ਵੇਖ ਕੇ ਤੁਹਾਡੀ ਸ਼ਰਧਾ ਹੀ ਮੁੱਕ ਜੇਗੀ ਵੀ ਆਹ ਬੰਦਾ ਹੈ, ਬੜਾ ਨਾਂ ਸੁਣਿਆ ਸੀ ਇਹਦਾ। ਹੁਣ ਅਬਦੁਲ ਕਲਾਮ ਸਾਹਿਬ ਨੂੰ ਜਿਨ੍ਹਾਂ ਨੇ ਵੇਖਿਆ ਹੋਵੇ, ਮੇਰੇ ਖਿਆਲ ਤੇ ਨਹੀਂ ਸ਼ਰਧਾ ਮਾੜੀ ਮੋਟੀ ਬਚੀ ਹੋਣੀ, ਕਾਲੇ ਕਲੂਟੇ ਜੇ ਸੀਗੇ ਵਿਚਾਰੇ। ਪਰ ਜੇ ਉਹਨਾਂ ਦੇ ਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਂ ਨੂੰ ਸਾਰੀ ਦੁਨੀਆ ਸਲਾਮ ਕਰਦੀ ਹੈ। ਅਗਰ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ, ਉਹਨਾਂ ਦੀ ਅਕਲ ਦੀ ਗੱਲ ਕਰੀਏ, ਉਹਨਾਂ ਦੇ ਨਾਂ ਦੀ ਗੱਲ ਕਰੀਏ ਤੇ ਇੰਡੀਆ ਨੂੰ ਕਿੱਥੋਂ ਤੱਕ ਲੈ ਗਏ ਉਹ। ਪਰ ਜੇ ਉਹਨਾਂ ਦੀ ਸਿਰਫ ਸੂਰਤ ਦੀ ਗੱਲ ਕਰੀਏ ਤਾਂ ਬੜੀ ਛੋਟੀ ਹੈ। ਨਾਮੀ ਦੇ ਵੀ ਸੇਮ ਇਸੇ ਤਰ੍ਹਾਂ ਹੈ। ਨਾਮੀ ਨਾਲੋਂ ਵੀ ਨਾਮ ਜਿਹੜਾ ਹੈ ਉਹ ਵੱਡਾ ਹੈ। ਨਾਮੀ ਕੌਣ ਹੈ? ਜਿਹੜਾ ਜਪਦਾ ਹੈ।
ਜਪਣ ਵਾਲੇ ਨਾਲੋਂ ਵੀ ਜਿਹੜਾ ਨਾਮ ਜਪਿਆ ਜਾਂਦਾ ਹੈ ਉਹ ਵੱਡਾ ਹੋ ਜਾਂਦਾ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਨਾਮੀ ਤੇ ਹੈ ਨਾਮ ਵਡਾਈ, ਮਹਿਮਾ ਆਪੈ ਰਾਮ ਲਿਖਾਈ। ਇਹ ਰੱਬ ਨੇ ਇਹ ਮਹਿਮਾ ਇਦਾਂ ਹੀ ਲਿਖੀ ਹੈ, ਪਰਮਾਤਮਾ ਨੇ ਇਹ ਬੇਦ ਇਸੇ ਤਰ੍ਹਾਂ ਹੀ ਬਣਾਈ ਹੈ। ਹਾਂਜੀ। ਬਾਂਦ ਸੇਤ ਪੁਨ ਕੀਨ ਪਿਆਨਾ, ਹਨੇ ਦੈਤ ਜਿਨ ਮਨ ਅਬਮਾਨਾ। ਸ਼੍ਰੀ ਰਾਮਚੰਦਰ ਜੀ ਨੇ ਪੁਲ ਬਣਾਇਆ, ਲੰਕਾ ਗਏ, ਰਾਵਣ ਦਾ ਤੇ ਦੈਂਤਾਂ ਦਾ ਵੱਧ ਕੀਤਾ। ਹਾਂਜੀ। ਸੁਣ ਮਰਦਾਨਾ ਬੂਝਣ ਲਾਗਾ, ਰਘੂਬਰ ਕਥਾ ਸੁਨਨ ਅਨਰਾਗਾ। ਭਾਈ ਮਰਦਾਨਾ ਕਹਿਣ ਲੱਗਾ, ਜੀ ਫਿਰ ਰਘੂਬਰ ਦੀ ਕਥਾ ਸੁਣਾਓ। ਪਹਿਲਾਂ ਸ਼ਿਵਲਿੰਗ ਦੀ ਕਥਾ ਸ਼ੁਰੂ ਹੋਈ ਵੀ ਇਹ ਇੱਥੇ ਕਿੱਥੋਂ ਆਇਆ, ਤਾਂ ਫਿਰ ਕਥਾ ਆ ਗਈ ਵੀ ਇਹ ਸਮੁੰਦਰ ਪਾਰ ਕਰਨਾ ਸੀ। ਹੁਣ ਗੱਲ ਆ ਗਈ ਰਘੂਬਰ ਦੀ, ਸ਼੍ਰੀ ਰਾਮਚੰਦਰ ਜੀ ਦੀ, ਵੀ ਉਹ ਲੰਕਾ ਕਿਉਂ ਗਏ ਜੀ, ਕਿਉਂ ਸਾੜਿਆ ਜੀ, ਕੋਈ ਕਾਰਨ ਤੇ ਹੋਏਗਾ ਨਾ, ਨਹੀਂ ਤਾਂ ਉਹਨਾਂ ਨੂੰ ਕੀ ਲੋੜ ਸੀ, ਕਿੱਥੇ ਅਯੁੱਧਿਆ ਤੇ ਕਿੱਥੇ ਸ਼੍ਰੀ ਲੰਕਾ। ਹੁਣ ਮਰਦਾਨਾ ਕਹਿਣ ਲੱਗਾ, ਜੀ ਉਹ ਕਥਾ ਵੀ ਸੁਣਾਓ। ਸੋ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ, ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣਾਂਗੇ। ਭੁੱਲਾਂ ਬਖਸ਼ੋ ਜੀ। ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।